एडी किहड़ी गल है भी ASI बंदा रैंक का बंदा किते अपनी उत्थे बेसिक ड्यूटी करने की बजाय एक RTA का ड्राइवर बनना ज़्यादा पसंद कर रहा है भी ये पिछे कोई ना कोई कारण तो होएगा ना जी। टूरिस्ट ਬੱਸ ਦਾ ਜਿਹੜਾ ਆਪਰੇਟਰ ਸੀਗਾ ਉਹਦੇ ਵੱਲੋਂ ਜਿਹੜੀ ਐਲੀਗੇਸ਼ਨ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀ ਗਈ, ਐਲੀਗੇਸ਼ਨ ਲਗਾਈ ਗਈ ਕਿ ਮੇਰੇ ਜਿਹੜੇ ਡਰਾਈਵਰ ਨੇ ਉਹਨਾਂ ਵੱਲੋਂ ਜਿਹੜੇ ਆ ਉਹ ਪਿਛਲੇ ਉਹਨਾਂ ਨੇ 5 ਸਾਲ ਦਾ ਕਿਹਾ ਕਿ ਪਿਛਲੇ 5 ਸਾਲ ਦੇ ਵਿੱਚ ਉਹ ਪੈਸੇ ਲੈ ਰਹੇ ਆ। ਮੇਰੀ ਸਾਰੇ ਜਿਹੜੇ ਟੂਰਿਸਟ ਬੱਸ ਆਪਰੇਟਰ ਵੀ ਨੇ ਉਹਨਾਂ ਨੂੰ ਵੀ ਇਹ ਬੇਨਤੀ ਹੈ, ਇੱਕ ਤੇ ਜਿਹੜਾ ਟੈਕਸ ਹੈ ਜਿਹੜੀਆਂ ਵਿਦਆਊਟ ਟੈਕਸ ਜਾਂਦੀ ਆ, ਦੇਖੋ ਜਦੋਂ ਅਸੀਂ ਕੋਈ ਵੀ ਟੂਰ ਪਾਰਟੀ ਨੂੰ ਗੱਡੀ ਦੇ ਵਿੱਚ ਬਿਠਾਉਂਦੇ ਆ, ਮੰਨ ਲਓ ਕੋਈ ਵੀ ਸਟੇਜ ਕੈਰੇਜ ਬੱਸ ਕਿਸੇ ਵੀ ਪੈਸੇਂਜਰ ਨੂੰ ਗੱਡੀ ਦੇ ਵਿੱਚ ਬਿਠਾਉਂਦੀ ਹੈ ਤੇ ਜਿਹੜਾ ਸਰਕਾਰ ਦਾ ਟੈਕਸ ਹੈ ਉਹ ਉਹਦੇ ਕਿਰਾਏ ਦੇ ਨਾਲ ਹੀ ਆ ਜਾਂਦਾ। ਅਸ਼ਦੀਪ ਜੀ ਤੁਹਾਡੇ ਆਫਿਸ ਬੜਾ ਕਪਲਾ ਆਇਆ ਸੀਗਾ, 100 ਕਰੋੜ ਰੁਪਏ ਦਾ ਆਰੋਪ ਲੱਗੇ ਸੀਗੇ ਵੀ 100 ਕਰੋੜ ਰੁਪਏ ਦੀ ਟੈਕਸ ਦੀ ਚੋਰੀ ਕੁਝ ਮੁਲਾਜ਼ਮਾਂ ਨੇ ਰਲ ਕੇ ਕੀਤੀ ਹੈ। ਵਿਜੀਲੈਂਸ ਦੀ ਜਾਂਚ ਵੀ ਜਿਹੜੀ ਸੀ ਉਹ ਅੰਡਰ ਪ੍ਰੋਸੈਸ ਸੀ, ਰਿਕਾਰਡ ਵਗੈਰਾ ਜਿਹੜਾ ਉਹਨਾਂ ਨੂੰ ਸਾਰਾ ਦੇ ਦਿੱਤਾ ਸੀ। 5 ਮਾਰਚ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਲਾਲਜੀਤ ਭੁੱਲਰ ਨੇ ਵੱਲੋਂ ਕਈ ਬੱਸਾਂ ਬੰਦ ਕੀਤੀਆਂ ਗਈਆਂ ਸੀ। ਉਹਨਾਂ ਵੱਲੋਂ ਕੁਝ ਟਰਾਂਸਪੋਰਟਰਾਂ ਨਾਲ ਗੱਲ ਕੀਤੀ ਗਈ ਜਿਹੜੀਆਂ ਇਲੀਗਲ ਬੱਸਾਂ ਚੱਲ ਰਹੀਆਂ ਸੀਗੀਆਂ। ਆਰੋਪ ਲੱਗਦੇ ਨੇ ਕਿ RTA ਦੇ ਡਰਾਈਵਰ ਵੱਲੋਂ ਪੈਸੇ ਲੈ ਕੇ ਉਹ ਬੱਸਾਂ ਨੂੰ ਚਲਾਇਆ ਜਾ ਰਿਹਾ, ਜਿਨ੍ਹਾਂ ਦਾ ਰਮਨਦੀਪ ਉਹਦਾ ਨਾਮ ਹੈ। ਸਾਡੇ ਨਾਲ ਨੇ RTA ਅਰਸ਼ਦੀਪ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਰਸ਼ਦੀਪ ਜੀ, ਕੱਲ੍ਹ ਮੰਤਰੀ ਸਾਹਿਬ ਨੇ ਕੁਝ ਗੱਡੀਆਂ ਬੰਦ ਕੀਤੀਆਂ, ਉੱਥੇ ਟਰਾਂਸਪੋਰਟਰਾਂ ਨੇ ਕਿਹਾ ਕਿ ਰਮਨਦੀਪ ਜਿਹੜਾ ਕਿ ਡਰਾਈਵਰ ਹੈ RTA ਆਫਿਸ ਦਾ, ਉਹਦੇ ਵੱਲੋਂ ਪੈਸੇ ਲਏ ਜਾਂਦੇ ਨੇ ਤੇ ਇਹ ਕਿੰਨੀ ਦੇਰ ਦਾ ਇੱਥੇ ਲੱਗਿਆ ਤੇ ਇਹਦੇ ਪਿੱਛੇ ਸੱਚਾਈ ਕੀ ਹੈ? ਦੇਖੋ ਜੀ, ਕੱਲ੍ਹ ਮਾਨਯੋਗ ਮੰਤਰੀ ਸਾਹਿਬ ਨੇ ਲਾਲਜੀਤ ਸਿੰਘ ਭੁੱਲਰ ਜੀ ਨੇ ਤਕਰੀਬਨ 3 ਵਜੇ ਤੋਂ ਲੈ ਕੇ ਅਸੀਂ ਰਾਤੀ 9 9:30 ਤਕਰੀਬਨ 10 ਵਜੇ ਤੱਕ ਜਿਹੜੀ ਆ ਉਹ ਚੈਕਿੰਗ ਚੱਲਦੀ ਰਹੀ। 20-22 ਦੇ ਕਰੀਬ 25 ਦੇ ਕਰੀਬ ਜਿਹੜੀਆਂ ਬੱਸਿਸ, ਗੱਡੀਆਂ, ਟਿੱਪਰ, ਟ੍ਰੇਲਰ, ਸਾਰੇ ਅਲੱਗ-ਅਲੱਗ ਕੈਟੇਗਰੀ ਟੂਰਿਸਟ ਬੱਸਾਂ ਵੀ ਉਹ ਜਿਹੜੀਆਂ ਉਹ ਇੰਪਾਊਂਡ ਵੀ ਕੀਤੀਆਂ ਗਈਆਂ, ਚਲਾਨਿੰਗ ਵੀ ਕੀਤੀ ਗਈ। ਮੰਤਰੀ ਸਾਹਿਬ ਆਪ ਰੋਡ ਤੇ ਰਹੇ ਇਸ ਸਾਰੇ ਦੌਰਾਨ। ਇਸ ਦੌਰਾਨ ਜਦੋਂ ਲਾਸਟ ਕੁਝ ਇੱਕ ਟੂਰਿਸਟ ਬੱਸ ਦਾ ਜਿਹੜਾ ਆਪਰੇਟਰ ਸੀਗਾ ਉਹਦੇ ਵੱਲੋਂ ਜਿਹੜੀ ਐਲੀਗੇਸ਼ਨ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀ ਗਈ, ਐਲੀਗੇਸ਼ਨ ਲਗਾਈ ਗਈ ਕਿ ਜਿਹੜੇ ਡਰਾਈਵਰ ਨੇ ਮੇਰੇ ਜਿਹੜੇ ਡਰਾਈਵਰ ਨੇ ਉਹਨਾਂ ਵੱਲੋਂ ਜਿਹੜੇ ਆ ਉਹ ਪਿਛਲੇ ਉਹਨਾਂ ਨੇ 5 ਸਾਲ ਦਾ ਕਿਹਾ ਕਿ ਪਿਛਲੇ 5 ਸਾਲ ਦੇ ਵਿੱਚ ਉਹ ਪੈਸੇ ਲੈ ਰਹੇ ਆ, ਵਿੱਚ 5 ਸਾਲ ਕਹਿੰਦੇ ਸੀ, ਵਿੱਚ 20 ਸਾਲ ਦਾ ਵੀ ਜ਼ਿਕਰ ਕੀਤਾ। ਸੋ ਇਸ ਦੌਰਾਨ ਮੰਤਰੀ ਸਾਹਿਬ ਨੇ ਇਹਨੂੰ ਬੜੀ ਗੰਭੀਰਤਾ ਨਾਲ ਜਿਹੜਾ ਇਹਦੇ ਵਿੱਚ ਲਿਆ ਔਰ ਮੌਕੇ 'ਤੇ ਹੀ ਮੰਤਰੀ ਸਾਹਿਬ ਨੇ ਜਿਹੜਾ ਹੈ STC ਸਾਹਿਬ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਕਿ ਇਹਦੇ ਵਿੱਚ ਜਿਹੜਾ ਮੈਟਰ ਜਿਹੜਾ ਇਨਕੁਆਇਰ ਅਪੋਨ ਵੀ ਕੀਤਾ ਜਾਏ ਔਰ ਕੰਸਰਨਡ ਜਿਹੜੇ EMPLOYE ਨੇ ਇਹਨਾਂ ਦਾ ਜਿਹੜਾ ਟਰਾਂਸਫਰ ਕੇਸ ਵੀ ਉਹ ਵੀ ਜਿਹੜਾ ਅੰਡਰ ਪ੍ਰੋਸੈਸ ਚੱਲ ਰਿਹਾ ਇਸ ਵੇਲੇ। ਤੇ ਇਹ ਪਿਛਲੇ ਤਕਰੀਬਨ 2.5 ਤੋਂ 3 ਸਾਲ, ਟੂ ਬੀ ਵੈਰੀ ਸਪੈਸੀਫਿਕ, ਮੇਰੇ ਖਿਆਲ ਨਾਲ ਐਗਜ਼ੈਕਟ ਮੈਨੂੰ ਰਿਕਾਲ ਨਹੀਂ ਮੈਂ ਕਰ ਸਕਦਾ, ਬਟ ਮੇਰੇ ਖਿਆਲ ਨਾਲ 2.5 ਤੋਂ 3 ਸਾਲ ਦੇ ਕਰੀਬ ਤੋਂ ਇਹ ਇੱਥੇ ਮੁਲਾਜ਼ਮ ਇੱਥੇ ਹੀ ਸੀਗੇ। ਅੱਛਾ, ਮੇਰੀ ਜਾਣਕਾਰੀ ਦੇ ਮੁਤਾਬਿਕ ਕਿ ਜਦੋਂ ਹੈੱਡ ਕਾਂਸਟੇਬਲ ਸੀ ਉਦੋਂ ਵੀ ਸਿਫਾਰਿਸ਼ ਪਵਾ ਕੇ ਇਹ DTO ਜਾਂ ਅੱਜ ਜਦੋਂ ਇਸ ਤੋਂ ਪਹਿਲੇ DTO ਪੋਸਟ ਹੁੰਦੀ ਸੀ, RTA ਹੋ ਗਈ ਹੁਣ, ਉਦੋਂ ਵੀ ਇਹ ਡਰਾਈਵਰ ਲੱਗੇ ਰਹਿੰਦੇ ਸੀ ਵੀ ਆਪਣੀ ਮਰਜ਼ੀ ਦੇ ਨਾਲ ਜਿੱਥੇ ਚੈਕਿੰਗ ਕਰਨੀ, ਜਿਹਦੇ ਨਾਲ ਬਦਨਾਮੀ ਜਿਹੜੀ ਹੈ ਉਹ ਸਿੱਧੀ ਆਫੀਸਰ ਦੀ ਹੁੰਦੀ ਹੈ। ਤੇ ਕਿਆ ਤੁਹਾਡੇ ਧਿਆਨ 'ਚ ਕਦੀ ਇਸ ਤਰ੍ਹਾਂ ਦੀ ਗੱਲ ਆਈ ਨਹੀਂ ਵੀ ਇਸ ਤਰ੍ਹਾਂ ਮੇਰੇ ਨਾਮ ਦੇ ਉੱਪਰ ਵੀ ਇਹ ਪੈਸੇ ਇਕੱਠੇ ਕੀਤੇ ਜਾ ਰਹੇ? ਨਹੀਂ, ਇਹਦੇ ਵਿੱਚ ਗੱਲ ਇਹ ਹੈ ਕਿ ਕਿੰਨੀ ਦੇਰ ਤੋਂ ਇਹ ਪਹਿਲੇ ਲੱਗੇ ਨੇ ਐਗਜ਼ੈਕਟ, ਜਾਂ ਬਤੌਰ ਹੈੱਡ ਕਾਂਸਟੇਬਲ ਵੀ ਇਹ ਇੱਥੇ ਰਹੇ ਨੇ। ਐਗਜ਼ੈਕਟ ਮੈਨੂੰ ਇਹਨਾਂ ਦਾ ਰੈਂਕ ਦੇ ਵੇਰਵੇ ਤੇ ਨਹੀਂ ਪਤਾ ਇਸ ਵੇਲੇ, ASI ਨੇ, ਬਟ ਅਦਰਵਾਈਜ਼ ਇਹ ਪਿਛਲੇ ਜਿੰਨਾ ਮੈਨੂੰ ਪਤਾ 2.5 ਤੋਂ 3 ਸਾਲ ਦੇ ਕਰੀਬ ਇਹ ਇੱਥੇ ਹੀ ਸੀਗੇ। ਅੱਛਾ, ਇੱਕ ਡੈਪੂਟੇਸ਼ਨ ਤੇ ਇੱਥੇ ਨੇ, ਕਿਹੜੇ ਡਿਪਾਰਟਮੈਂਟ 'ਚ ਡੈਪੂਟੇਸ਼ਨ ਤੇ ਕੀ ਇਹ ਖਾਸ ਕਿਹੜੀ ਐਡੀ ਕਿਹੜੀ ਗੱਲ ਹੈ ਵੀ ASI ਬੰਦਾ ਰੈਂਕ ਦਾ ਬੰਦਾ ਕਿਤੇ ਆਪਣੀ ਉੱਥੇ ਬੇਸਿਕ ਡਿਊਟੀ ਕਰਨ ਦੀ ਬਜਾਏ ਇੱਕ RTA ਦਾ ਡਰਾਈਵਰ ਬਣਨਾ ਜ਼ਿਆਦਾ ਪਸੰਦ ਕਰ ਰਿਹਾ ਹੈ ਵੀ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਨਾ ਜੀ? ਇਹਦੇ ਵਿੱਚ ਦੇਖੋ ਜੀ, ਡੈਪੂਟੇਸ਼ਨ ਹੈ ਉਹ ਗਵਰਨਮੈਂਟ ਅਲਾਉ ਕਰਦੀ ਹੈ ਕਈ ਵਾਰ, ਔਰ ਡੈਪੂਟੇਸ਼ਨ ਤੇ ਜਿਹੜਾ ਹੈ ਉਹ ਅਦਰਵਾਈਜ਼ ਵੀ ਜਿਹੜਾ ਹੈ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਡੈਪੂਟੇਸ਼ਨ ਤੇ ਵੈਸੇ ਵੀ ਬੰਦੇ ਆਉਂਦੇ ਰਹੇ ਨੇ। ਸੋ ਇਹਦੇ ਵਿੱਚ ਗਵਰਨਮੈਂਟ ਅਲਾਉ ਕਰਦੀ ਸੀ। ਤੁਹਾਡੇ ਨਾਲ ਹੀ ਨੇ ਜਾਂ ਉਹਨੂੰ ਬਦਲ ਦਿੱਤਾ ਗਿਆ? ਨਹੀਂ, ਹੁਣ ਉਹਨਾਂ ਦਾ ਟਰਾਂਸਫਰ ਕੇਸ ਜਿਹੜਾ ਉਹ ਅੰਡਰ ਪ੍ਰੋਸੈਸ ਚੱਲ ਰਿਹਾ। ਤੇ ਅੱਛਾ, ਇੱਕ ਜਿਹੜੀਆਂ ਬੱਸਾਂ ਕੱਲ ਪਕੜੀਆਂ ਗਈਆਂ ਇਹ ਵੀ ਦੇਖਣ ਚਾਹੇ, ਦੇਖੋ ਹਾਲ ਗੇਟ ਦੇ ਬਾਹਰ ਜਾਂ ਇੱਥੇ ਤੁਸੀਂ ਸਟੇਸ਼ਨ ਦੇ ਬਾਹਰ ਵੀ ਚਲੇ ਜਾਓ, ਬੱਸਾਂ ਜਿਹੜੀਆਂ ਟੂਰਿਸਟ ਬੱਸਾਂ ਨੇ ਖੜੀਆਂ ਰਹਿੰਦੀਆਂ। ਇੱਕ ਤਾਂ ਉਹ ਟ੍ਰੈਫਿਕ ਜਿਹੜੀਆਂ ਉਹ ਕਿਉਸ ਕਰਦੀਆਂ, ਮਤਲਬ ਇਹਨਾਂ ਬੱਸਾਂ ਦੇ ਉੱਪਰ ਵੈਸੇ ਤੇ ਇੱਕ ਤੇ ਮੈਂ ਚਾਹੂੰਗਾ ਤੁਸੀਂ ਦਰਸ਼ਕਾਂ ਨੂੰ ਦੱਸੋ ਵੀ ਕੀ ਇਹ ਟੂਰਿਸਟ ਬੱਸਾਂ ਜਿਹੜੀਆਂ ਇਹ ਪੈਸੇਂਜਰ ਨੂੰ ਲੈ ਕੇ ਜਾ ਸਕਦੀਆਂ, ਇਹਨਾਂ ਦਾ ਬੇਸਿਕਲੀ ਕਿਹੜਾ ਪਰਮਿਟ ਹੁੰਦਾ ਹੈ ਜਿਹਦੇ ਕਰਕੇ, ਕਿਉਂਕਿ ਮਕਸਦ ਤੇ ਇੱਕ ਹੀ ਹੈ ਨਾ ਜੀ ਪੰਜਾਬ ਸਰਕਾਰ ਦਾ ਵੀ ਜਿਹੜਾ ਰੈਵਨਿਊ ਕੁਝ ਲੋਕਾਂ ਦੀ ਜੇਬ 'ਚ ਜਾ ਰਿਹਾ ਹੈ, ਚਾਹੇ ਉਹ ਟਰਾਂਸਪੋਰਟ ਮਾਫੀਆ ਜਾਂ ਦੂਸਰਾ ਮਾਫੀਆ, ਉਹ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ। ਦੇਖੋ ਜੀ, ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਣਾ ਚਾਹਾਂਗਾ ਟੂਰਿਸਟ ਤੇ ਸਟੇਜ ਕੈਰੇਜ ਬੱਸ ਦੇ ਵਿੱਚ ਫਰਕ ਕੀ ਹੈ। ਸਟੇਜ ਕੈਰੇਜ ਜਿਵੇਂ ਇਹਦੇ ਨਾਂ ਤੋਂ ਹੀ ਹੈ, ਸਟੇਜਿਸ ਦੇ ਵਿੱਚ ਚੱਲਦੀ ਹੈ। ਇੱਕ ਜਗ੍ਹਾ ਤੋਂ ਸਵਾਰੀ ਲਏਗੀ, ਇਹਦੀ ਸਟੇਜਿਸ ਬਣੀਆਂ ਕਿ ਇਹਦੇ ਇੱਥੇ ਸਟਾਪ ਆਉਣਗੇ, ਉਹਨਾਂ ਅੱਡਿਆਂ ਤੋਂ ਵੀ ਇਹ ਸਵਾਰੀ ਚੁੱਕ ਸਕਦੀ ਹੈ।
ਦੂਜੇ ਪਾਸੇ ਗੱਲ ਕਰ ਲਈਏ ਟੂਰਿਸਟ ਪਰਮਿਟ ਦੀ, ਸੋ ਟੂਰਿਸਟ ਪਰਮਿਟ ਜਿਹੜਾ ਉਹ ਬੇਸਿਕਲੀ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਜਾ ਸਕਦੀ ਹੈ ਗੱਡੀ। ਮੰਨ ਲਓ ਕੋਈ ਵਿਆਹ ਹੈ, ਕੋਈ ਕਿਸੇ ਵੀ ਪ੍ਰੋਗਰਾਮ, ਕਿਸੇ ਟੂਰ ਪ੍ਰੋਗਰਾਮ, ਮੰਨ ਲਓ ਵੈਸ਼ਨੋ ਦੇਵੀ ਕੋਈ ਰਿਲੀਜੀਅਸ ਫੰਕਸ਼ਨ ਦੇ ਵਿੱਚ ਜਾਣਾ, ਸੋ ਜਿਹੜੀ ਪਾਰਟੀਆਂ ਨੇ ਉਹ ਬੁਕਿੰਗ ਕਰ ਸਕਦੀਆਂ ਇੱਕ ਟੂਰ ਪ੍ਰੋਗਰਾਮ ਦੀ ਕਿ ਅਸੀਂ ਇੱਥੋਂ ਲੈ ਕੇ ਮੰਨ ਲਓ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਵਿਆਹ ਤੇ ਜਾਣਾ, ਚੰਡੀਗੜ੍ਹ ਜਾਣਾ ਐਂਡ ਬੈਕ। ਉਹਦੀ ਜੀ ਪੈਸੇਂਜਰ ਲਿਸਟ ਬਣਨੀ ਉਹਦੀ ਹੁੰਦੀ ਹੈ ਔਰ ਉਸ ਉਪਰੰਤ ਸਿੱਧੀ ਉੱਥੇ ਜਾਣਾ ਹੈ, ਰਾਹ ਦੇ ਵਿੱਚ ਸਟਾਪ ਮਾਰ ਕੇ ਸਵਾਰੀ ਨਹੀਂ ਚੁੱਕ ਸਕਦੀ। ਪਰ ਸਰ ਇਹ ਦੇਖਿਆ ਜਾਏ, ਇਹ ਤੇ ਆਮ ਤੌਰ ਤੇ ਦੇਖਿਆ ਜਾਂਦਾ ਜੀ, ਰੋਜ਼ ਇੱਥੋਂ ਦਿੱਲੀ, ਕਟੜਾ, ਜੰਮੂ, ਬਹੁਤ ਸਾਰੀ ਜਗ੍ਹਾ, ਚੰਡੀਗੜ੍ਹ ਵੀ ਇਹ ਬੱਸਾਂ ਚੱਲ ਰਹੀਆਂ, ਇਹਦਾ ਮਤਲਬ ਇਹ ਇਲੀਗਲ ਨੇ। ਤੇ ਕਿਆ ਪ੍ਰਸ਼ਾਸਨ ਜਾਂ ਐਜ਼ ਏ ਅਥਾਰਟੀ ਇਹਨਾਂ ਦੇ ਉੱਪਰ ਕੋਈ ਕਾਰਵਾਈ ਕਰ ਰਹੇ ਹੋ ਜਾਂ ਕੋਈ ਪਲਾਨਿੰਗ ਬਣਾ ਰਹੇ ਹੋ ਇਹਦੇ ਤੇ? ਦੇਖੋ ਇਹਦੇ ਵਿੱਚ ਮੰਤਰੀ ਸਾਹਿਬ ਦੇ ਬੜੇ ਕਲੀਅਰ ਦਿਸ਼ਾ ਨਿਰਦੇਸ਼ ਨੇ। ਅਸੀਂ ਪਿਛਲੇ ਲਗਾਤਾਰ 3-4 ਦਿਨ ਤੋਂ ਜਿਹੜੀ ਆ ਚੈਕਿੰਗ ਕਰ ਰਹੇ ਆ। 3 ਦਿਨ ਪਹਿਲੇ ਵੀ ਜਿਹੜੀਆਂ 4 ਟੂਰਿਸਟ ਬੱਸਾਂ 3-4 ਫੜੋਈਆਂ ਸੀ, ਉਸ ਤੋਂ ਬਾਅਦ ਦੁਬਾਰਾ ਪਰਸੋਂ ਰਾਤ ਵੀ ਚੈਕਿੰਗ ਕੀਤੀ ਹੈ, 3 ਟੂਰਿਸਟ ਬੱਸਾਂ ਫੜੀਆਂ। ਕੱਲ੍ਹ ਵੀ ਤਕਰੀਬਨ ਮੇਰੇ ਖਿਆਲ ਨਾਲ 5-7 ਜਿਹੜੀਆਂ ਟੂਰਿਸਟ ਬੱਸਾਂ 5 ਦੇ ਕਰੀਬ ਮੇਰੇ ਖਿਆਲ ਨਾਲ ਹੋਣਗੀਆਂ ਜਿਹੜੀਆਂ ਕੱਲ੍ਹ ਵੀ ਫੜੋਈਆਂ। ਸੋ ਲਗਾਤਾਰ ਇਹਦੇ ਤੇ ਜਿਹੜੀ ਕਾਰਵਾਈ ਜਾਰੀ ਹੈ। ਮੇਰੀ ਸਾਰੇ ਜਿਹੜੇ ਟੂਰਿਸਟ ਬੱਸ ਆਪਰੇਟਰ ਵੀ ਨੇ ਉਹਨਾਂ ਨੂੰ ਵੀ ਇਹ ਬੇਨਤੀ ਹੈ, ਇੱਕ ਤੇ ਜਿਹੜਾ ਟੈਕਸ ਹੈ, ਜਿਹੜੀਆਂ ਵਿਦਆਊਟ ਟੈਕਸ ਜਾਂਦੀ ਆ, ਦੇਖੋ ਜਦੋਂ ਅਸੀਂ ਕੋਈ ਵੀ ਟੂਰ ਪਾਰਟੀ ਨੂੰ ਗੱਡੀ ਦੇ ਵਿੱਚ ਬਿਠਾਉਂਦੇ ਆ, ਮੰਨ ਲਓ ਕੋਈ ਵੀ ਸਟੇਜ ਕੈਰੇਜ ਬੱਸ ਕਿਸੇ ਵੀ ਪੈਸੇਂਜਰ ਨੂੰ ਗੱਡੀ ਦੇ ਵਿੱਚ ਬਿਠਾਉਂਦੀ ਹੈ ਤੇ ਜਿਹੜਾ ਸਰਕਾਰ ਦਾ ਟੈਕਸ ਹੈ ਉਹ ਉਹਦੇ ਕਿਰਾਏ ਦੇ ਨਾਲ ਹੀ ਆ ਜਾਂਦਾ। ਸੋ ਫ੍ਰੀ ਦੇ ਵਿੱਚ ਤੇ ਕਿਸੇ ਨੂੰ ਵੀ ਗੱਡੀ ਦੇ ਵਿੱਚ ਬਿਠਾਇਆ ਨਹੀਂ। ਸੋ ਟੈਕਸ ਉਹਦਾ ਹੀ ਪਾਰਟ ਹੈ। ਸੋ ਉਹਦੇ ਵਿੱਚੋਂ ਜੋ ਸਰਕਾਰ ਦਾ ਹਿੱਸਾ ਬਣਦਾ, ਸਰਕਾਰ ਦਾ ਟੈਕਸ ਹੈ। ਮੇਰੀ ਸਾਰੇ ਜਿਹੜੇ ਬੱਸ ਆਪਰੇਟਰ ਨੇ, ਚਾਹੇ ਉਹ ਸਟੇਜ ਕੈਰੇਜ ਨੇ, ਚਾਹੇ ਟੂਰਿਸਟ ਬੱਸ ਆਪਰੇਟਰ ਨੇ, ਕਿ ਉਹ ਆਪਣਾ ਜਿਹੜਾ ਟੈਕਸ ਹੈ ਉਹ ਟਾਈਮਲੀ ਜਿਹੜਾ ਅਦਾ ਕਰਨ। ਅੱਛਾ ਸਰ, ਇੱਕ ਇਹ ਵੀ ਈ ਰਿਕਸ਼ਾ ਨੂੰ ਲੈ ਕੇ ਵੀ ਬੜਾ ਚੱਲ ਰਿਹਾ ਵੀ ਈ ਰਿਕਸ਼ਾ ਇੱਕ ਤਾਂ ਟ੍ਰੈਫਿਕ ਕਿਓਸ ਕਰ ਰਿਹਾ ਵੀ ਕਿਆ ਕੁਝ ਮੇਰਾ ਖਿਆਲ ਬੰਦ ਵੀ ਕੀਤੇ ਗਏ ਨੇ। ਬੇਸਿਕਲੀ ਲੋਕਾਂ ਨੂੰ ਸਰ ਦੱਸਣਾ ਵੀ ਇੱਕ ਤੇ ਇਹਨਾਂ ਦੇ ਉੱਤੇ ਨੰਬਰ ਵੀ ਕਿਆ ਮੈਂਡੇਟਰੀ ਹੈ ਕਿ ਨਹੀਂ, ਤੇ ਜਿਹੜੇ ਲੋਕ ਵਾਇਓਲੇਸ਼ਨ ਕਰ ਰਹੇ ਆ ਇਹਨਾਂ ਉੱਪਰ ਕਿਆ ਐਕਸ਼ਨ ਲਿਆ ਜਾ ਰਿਹਾ, ਇਨਕਲੂਡਿੰਗ ਏਜੰਸੀਆਂ ਵਾਲੇ ਵੀ? ਇਹਦੇ ਵਿੱਚ ਜੀ ਇੱਦਾਂ ਜਿਹੜੇ ਈ ਰਿਕਸ਼ਾ ਨੇ ਬੇਸਿਕਲੀ ਇਹਨੂੰ ਪ੍ਰਮੋਟ ਕਰਨ ਲਈ ਗਵਰਨਮੈਂਟ ਨੇ ਪਿਛਲੇ 3 ਸਾਲ ਦੇ ਵਿੱਚ ਉਹਨਾਂ ਨੇ ਟੈਕਸ ਫ੍ਰੀ ਇਹਨੂੰ ਕਰਤਾ ਸੀ ਕਿ ਟੈਕਸ ਨਹੀਂ ਅਸੀਂ ਇਹਦੇ ਤੇ ਲਾਂਗੇ ਕਿਉਂਕਿ ਇਹਦਾ ਪੋਲਿਊਸ਼ਨ ਵਗੈਰਾ ਨਹੀਂ ਇਹ ਕ੍ਰੀਏਟ ਕਰਦਾ। ਬਟ ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਜੀ ਉਹ ਮੈਂਡੇਟਰੀ ਹੈ। ਜਿਹੜੇ ਏਜੰਸੀ ਵਾਲੇ ਵੀ ਆ ਉਹਨਾਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਜਿਹੜੀ ਰਜਿਸਟ੍ਰੇਸ਼ਨ ਹੈ, ਕੋਈ ਵੀ ਗੱਡੀ, ਕੋਈ ਵੀ ਈ ਰਿਕਸ਼ਾ ਜਿਹੜਾ ਉਹ ਬਿਨਾਂ ਰਜਿਸਟ੍ਰੇਸ਼ਨ ਤੋਂ, ਬਿਨਾਂ ਉਹਦੀ ਪੰਚਿੰਗ ਤੋਂ ਜਿਹੜਾ ਉਹ ਨਾ ਦਿੱਤਾ ਜਾਵੇ। ਇਹਦੀ ਬਕਾਇਦਾ ਜੀ ਇਹਦੇ ਤੇ ਨੰਬਰ ਜਿਹੜਾ ਰਜਿਸਟ੍ਰੇਸ਼ਨ ਨੰਬਰ ਲੱਗਣਾ ਹੈ ਇਹਦੇ ਉੱਤੇ, ਔਰ ਇਹਦੇ ਲਈ ਹਾਂ ਟੈਕਸ ਫ੍ਰੀ ਹੈ, ਟੈਕਸ ਨਹੀਂ ਇਹਦੇ ਤੇ ਲੱਗਣਾ। ਸੋ ਰਜਿਸਟ੍ਰੇਸ਼ਨ ਨੰਬਰ ਇਹਦੇ ਤੇ ਜ਼ਰੂਰ ਲੱਗਣਾ। ਕੱਲ ਕਾਰਵਾਈ ਜਿਹੜੀ ਗਲਿਆਰੇ ਦੇ ਨੇੜੇ ਟ੍ਰੈਫਿਕ ਪੁਲਿਸ ਵੱਲੋਂ, ACP ਟ੍ਰੈਫਿਕ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਆ ਔਰ ਕਾਫੀ ਈ ਰਿਕਸ਼ਾ ਅੱਜ ਕਿਉਂਕਿ ਚਲਾਨ ਦੀ ਕੰਪਾਊਂਡਿੰਗ ਵਾਸਤੇ ਕਾਫੀ ਈ ਰਿਕਸ਼ਾਸ ਜਿਹੜੇ ਆ ਉਹਨਾਂ ਦੀ ਕੰਪਾਊਂਡਿੰਗ ਲਈ ਆ ਰਹੇ ਨੇ। ਸੋ ਮੇਰੀ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਜਿਹੜੀ ਮੈਂਡੇਟਰੀ ਕਰਨ। ਜਿਹੜੇ ਈ ਰਿਕਸ਼ਾ ਆਪਰੇਟਰਸ ਵੀ ਨੇ, ਜਿਹੜੇ ਚਲਾਉਂਦੇ ਨੇ, ਡਰਾਈਵਰ ਨੇ, ਉਹ ਵੀ ਜਿਹੜੇ ਆ ਇਹਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਮੈਂਡੇਟਰੀ ਉਹ ਕਰਵਾ ਲੈਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਕੋਈ ਪ੍ਰੋਬਲਮ ਕ੍ਰੀਏਟ ਨਾ ਕੀਤੀ ਜਾਏ। ਅਸੀਂ ਥੋੜਾ ਰਿਲੈਕਸੇਸ਼ਨ ਵੀ ਇਹਨਾਂ ਨੂੰ ਦਿੰਦੇ ਹੁੰਦੇ ਆ ਕਿ ਤਾਂ ਕਿ ਕਿਉਂਕਿ ਸਾਨੂੰ ਪਤਾ ਕਿ ਇਹ ਲੋਕਲ ਜਿਹੜੀ ਹੈ ਉਹ ਟ੍ਰੈਫਿਕ ਲੈ ਜਾਂਦੇ, ਬਟ ਜਦੋਂ ਇਹ ਟ੍ਰੈਫਿਕ ਦਾ ਬਹੁਤ ਜ਼ਿਆਦਾ ਸਮੱਸਿਆ ਬਣ ਜਾਂਦੀ ਹੈ ਤੇ ਉਹ ਐਕਸ਼ਨ ਲੈਣਾ ਬੜਾ ਮੈਂਡੇਟਰੀ ਹੋ ਜਾਂਦਾ। ਮੇਰੀ ਸਾਰਿਆਂ ਨੂੰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਾਂ ਕਿ ਦਿੱਕਤ ਨਾ ਪੇਸ਼ ਆਏ, ਇਸ ਕਰਕੇ ਜਿਹੜਾ ਹੈ ਆਪਣੀ ਰਜਿਸਟ੍ਰੇਸ਼ਨ ਨੂੰ ਜਿਹੜਾ ਉਹ ਯਕੀਨੀ ਬਣਾਉਣ ਜੀ। ਅਰਸ਼ਦੀਪ ਜੀ, ਇੱਕ ਹੈਵੀ ਵਾਹੀਕਲ ਜਿਹੜੇ ਆ ਉਹਨਾਂ ਦਾ ਕਿਆ ਟਾਈਮਿੰਗ ਹੈ? ਦੇਖੋ ਇਹਨੂੰ ਲੈ ਕੇ ਕਈ ਵਾਰੀ ਚਰਚਾ ਛਿੜਦੀ ਹੈ ਵੀ ਕੋਈ ਇਸ ਵੇਲੇ ਕਿਹਾ ਜਾਂਦਾ ਵੀ ਇਹਨੂੰ ਟ੍ਰੈਫਿਕ ਨੇ ਰੋਕਣਾ ਹੈ, ਉਹਨਾਂ ਨੂੰ ਉਹ ਕਹਿੰਦੇ ਵੀ ਇਹ RTA ਦਾ ਕੰਮ ਹੈ। ਬੇਸਿਕਲੀ ਕਿਆ ਟਾਈਮਿੰਗਸ ਹੈ ਕੋਈ, ਜਾਂ ਜੇ ਨਹੀਂ ਹੈਗੇ ਤੇ ਕੋਈ ਇਹਦੇ ਤੇ ਪਲਾਨ ਕੀਤਾ ਜਾ ਰਿਹਾ? ਕਿਉਂਕਿ ਸ਼ਹਿਰ ਦੇ ਵਿੱਚ ਪਹਿਲੇ ਸੜਕਾਂ ਤੇ ਹੋਣੀਆਂ, ਇਹ ਦੇਖਿਆ ਜਾਂਦਾ ਕਈ ਜਿੱਥੇ ਮਰਜ਼ੀ ਟਰੱਕ ਲਗਾਇਆ ਜਾਂ ਹੈਵੀ ਗੱਡੀ ਲਗਾਈ ਲਾ ਕੇ ਚਲੇ ਜਾਂਦੇ। ਇਹਨੂੰ ਲੈ ਕੇ ਕਿਆ ਪ੍ਰਸ਼ਾਸਨ ਕਰ ਰਿਹਾ? ਇਹਦੇ ਵਿੱਚ ਦੇਖੋ ਜੀ 2 ਗੱਲਾਂ ਨੇ ਇਹਦੇ ਵਿੱਚ। ਇੱਕ ਤੇ ਇੱਕ ਤੇ ਏਜੰਸੀ ਹੈ ਟ੍ਰੈਫਿਕ ਸਿਟੀਜ਼ ਦੇ ਵਿੱਚ, ਅਰਬਨ ਦੇ ਵਿੱਚ ਜਿਹੜਾ ਉਹ ਟ੍ਰੈਫਿਕ ਜਿਹੜਾ ਉਹ ਇਹਨੂੰ ਰੈਗੂਲੇਟ ਕਰ ਸਕਦੀ ਹੈ। ਦੂਸਰੀ ਏਜੰਸੀ ਹੈ RTAs, ਅਸੀਂ ਵੀ ਇਹਨੂੰ ਰੈਗੂਲੇਟ ਜਿਹੜਾ ਹੈ ਕਰ ਸਕਦੇ ਹਾਂ। ਅਸੀਂ ਸਿਟੀ 'ਚ ਵੀ ਕਰ ਸਕਦੇ ਹਾਂ, ਬਾਹਰ ਵੀ ਕਰ ਸਕਦੇ ਹਾਂ। ਇਸ ਤੋਂ ਸਿਵਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜਿਹੜੀ ਚੈਕਿੰਗ ਦੀਆਂ ਇਨ ਜਰਨਲ ਪਾਵਰਸ ਨੇ ਉਹ ਈਵਨ ਐਡੀਸ਼ਨਲ STC ਤੋਂ ਲੈ ਕੇ ਔਰ ਥੱਲੇ ਜਿਹੜੇ ਸਾਰੇ SDM ਲੈਵਲ ਤੇ ਵੀ ਹੈ, ਸਬ ਡਿਵੀਜ਼ਨਸ ਦੇ ਜਿਹੜੇ SDMs ਹੈ ਉਹਨਾਂ ਨੂੰ ਵੀ ਚੈਕਿੰਗ ਜਿਹੜੀ ਹੈ ਆਥੋਰਾਈਜ਼, ਉਹਦੇ ਵਿੱਚ ਨੋਟੀਫਾਈ ਬਕਾਇਦਾ ਹੋਇਆ 5 ਜਾਂ 6 ਅਥਾਰਟੀਜ਼ ਨੇ ਅਲੱਗ-ਅਲੱਗ। RTAs ਤੋਂ ਸਿਵਾ ਵੀ 4-5 ਅਥਾਰਟੀਜ਼ ਨੇ ਜਿਹੜੇ ਚੈਕਿੰਗ ਕਰ ਸਕਦੇ ਨੇ। ਸੋ ਇਹਦੇ ਤੇ ਜੇ ਸਾਰੀਆਂ ਅਥਾਰਟੀਜ਼ ਜਿਵੇਂ SDMs ਵੀ ਨੇ, RTAs ਵੀ ਨੇ, ਟ੍ਰੈਫਿਕ ਵੀ ਨੇ, ਈਵਨ ਜੇ ਹੈੱਡਕੁਆਟਰ ਤੋਂ ਵੀ ਜਿਹੜੇ ਆਥੋਰਾਈਜ਼ ਨੇ ਉਹ ਵੀ ਜੇ ਰੈਂਡਮਲੀ ਕਿਤੇ ਚੈਕਿੰਗ ਕਰਨ ਤੇ ਇਹਦਾ ਜਿਹੜਾ ਕੰਬਾਈਨਡ ਇੰਪੈਕਟ ਹੈ ਜ਼ਿਆਦਾ ਵਧੀਆ ਪਏਗਾ। ਜਿੱਥੋਂ ਤੱਕ ਤੁਹਾਡੀ ਸੀਗੀ ਟਾਈਮਿੰਗ ਦੀ, ਇਹ ਜੁਰਿਸਡਿਕਸ਼ਨ ਦੀ, ਉੱਥੇ ਟ੍ਰੈਫਿਕ ਪੁਲਿਸ ਜਿੱਥੇ ਸ਼ਹਿਰ ਦੇ ਵਿੱਚ ਵੇਖੇਗੀ, ਅਸੀਂ ਪੂਰੇ ਏਰੀਆ ਦੇ ਵਿੱਚ ਅੰਦਰ ਬਾਹਰ ਕਿਤੇ ਵੀ ਦੇਖ ਸਕਦੇ ਹਾਂ।
ਇਹਦੇ ਵਿੱਚ ਯੂਜੂਲੀ ਜਿਹੜਾ ਰਾਤ ਦੇ ਸਮੇਂ ਦਾ, ਹੁਣ ਮੈਨੂੰ ਐਗਜ਼ੈਕਟ ਮੈਂ ਟਾਈਮ ਨਹੀਂ ਰੀਕਾਲ ਕਰ ਪਾ ਰਿਹਾ, 7 ਜਾਂ 8 ਵਜੇ ਦਾ ਹੁੰਦਾ। ਉਹਦੇ ਵਿੱਚ ਉਸ ਸਮੇਂ ਦੌਰਾਨ ਜਿਹੜੀ ਗੱਡੀ ਹੈ ਉਹ ਉਸ ਤੋਂ ਪਹਿਲੇ ਜਾਂ ਉਸ ਤੋਂ ਬਾਅਦ ਨਹੀਂ ਚੱਲ ਸਕਦੀ, ਉਸ ਤੋਂ ਬਾਅਦ ਚੱਲ ਸਕਦੀ ਹੈ, ਉਸ ਤੋਂ ਪਹਿਲੇ ਜਿਹੜੀ ਹੈ ਉਹ ਗੱਡੀ ਨਹੀਂ ਚੱਲ ਸਕਦੀ, ਤਾਂ ਕਿ ਦਿਨ ਵੇਲੇ ਕਿਸੇ ਵੀ ਤਰ੍ਹਾਂ ਟ੍ਰੈਫਿਕ ਦਾ ਕੋਈ ਸਮੱਸਿਆ ਨਾ ਆਏ। ਔਰ ਇਹਦੇ ਨਾਲ ਜਿਹੜੇ ਐਕਸੀਡੈਂਟਸ ਹੁੰਦੇ ਨੇ ਟ੍ਰੈਫਿਕ ਰਿਲੇਟਡ ਜਾਂ ਹੈਵੀ ਵਹੀਕਲ ਦੇ ਰਿਲੇਟਡ, ਕਿਉਂਕਿ ਜਾਮ ਲੱਗ ਜਾਂਦਾ ਕਿਸੇ ਵੇਲੇ, ਤੇ ਉਹਦੇ ਵਿੱਚ ਜਿਹੜੇ ਉਹਦੇ ਵਿੱਚ ਵੀ ਉਹਨੂੰ ਵੀ ਠੱਲ ਪਾਈ ਜਾ ਸਕੇ। ਮਤਲਬ ਰਾਤ ਨੂੰ 7 ਜਾਂ 8 ਵਜੇ ਤੋਂ ਬਾਅਦ ਉਹ ਚੱਲ ਸਕਦੀ ਹੈ, ਜਾਂ ਸਵੇਰੇ ਕੋਈ ਟਾਈਮਿੰਗਸ ਹੁੰਦਾ ਵੀ 12 ਮਤਲਬ ਜਿਹੜੀ ਦਿਨ ਦੇ ਟਾਈਮ ਉਹ ਨਹੀਂ ਚੱਲ ਸਕਦੀ, ਉਹਨੂੰ ਲੈ ਕੇ ਜਿਹੜੀਆਂ ਚੱਲਦੀਆਂ ਉਹਨੂੰ ਲੈ ਕੇ ਕੋਈ ਸਖਤੀ ਵਰਤੋਗੇ? ਜੀ ਬਿਲਕੁਲ ਜੀ ਬਿਲਕੁਲ, ਰੈਗੂਲਰ ਜਿਹੜੇ ਅਸੀਂ ਟ੍ਰੈਫਿਕ ਦਾ ਵੀ ਜਿਹੜਾ ਕੋਆਰਡੀਨੇਟ ਇਹਦੇ ਤੇ ਕਰੀਦਾ ਹੈ। ਅੱਜ ਵੀ ਟ੍ਰੈਫਿਕ ਜਿਹੜੇ ACP ਟ੍ਰੈਫਿਕ ਸਾਹਿਬ ਸੀ ਉਹਨਾਂ ਨਾਲ ਵੀ ਗੱਲ ਹੋਈ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਇਹਨਾਂ ਤੇ ਸਖਤੀ ਕੀਤੀ ਜਾਏਗੀ। ਅਰਸ਼ਦੀਪ ਜੀ, ਤੁਹਾਡੇ ਆਫਿਸ ਬੜਾ ਕਪਲਾ ਹੋਇਆ ਸੀਗਾ, 100 ਕਰੋੜ ਰੁਪਏ ਦਾ ਆਰੋਪ ਲੱਗੇ ਸੀਗੇ ਵੀ 100 ਕਰੋੜ ਰੁਪਏ ਦੀ ਟੈਕਸ ਦੀ ਚੋਰੀ ਕੁਝ ਮੁਲਾਜ਼ਮਾਂ ਨੇ ਰਲ ਕੇ ਕੀਤੀ ਹੈ। ਉੱਪਰ ਰਸੀਦ ਕੁਝ ਦਿੱਤੀ ਜਾਂਦੀ ਹੈ, ਥੱਲੇ ਰਸੀਦ ਕੁਝ ਦਿੱਤੀ ਜਾਂਦੀ ਹੈ, ਤੇ ਇਹ ਹਜੇ ਤੱਕ ਕਿਆ ਇਹਦੀ ਜਾਂਚ ਹੀ ਚੱਲ ਰਹੀ ਹੈ? ਕਿਉਂਕਿ ਸਰਕਾਰ ਬਦਲ ਗਈ ਤੇ ਉਹ ਬੰਦਿਆਂ ਨਾ ਉਹ ਰਿਕਵਰੀ ਹੋਈ ਹੈ ਤੇ ਨਾ ਕੁਝ ਉਹਦਾ ਪਤਾ ਚੱਲ ਪਾ ਰਿਹਾ ਜੀ। ਮੇਰੇ ਖਿਆਲ ਨਾਲ 3 ਸਾਲ ਪਹਿਲੇ 3-4 ਸਾਲ ਪਹਿਲੇ ਇਸ਼ੂ ਆਇਆ ਸੀਗਾ ਇੱਥੇ, ਔਰ ਉਹਦੇ ਵਿੱਚ ਇੱਕ ਵਿਜੀਲੈਂਸ ਦੀ ਜਾਂਚ ਵੀ ਜਿਹੜੀ ਸੀ ਉਹ ਅੰਡਰ ਪ੍ਰੋਸੈਸ ਸੀ। ਰਿਕਾਰਡ ਵਗੈਰਾ ਜਿਹੜਾ ਉਹਨਾਂ ਨੂੰ ਸਾਰਾ ਦੇ ਦਿੱਤਾ ਸੀ। ਕਰੰਟ ਸਟੇਟਸ ਉਹਦਾ ਇਸ ਵੇਲੇ ਮੇਰੇ ਕੋਲ ਨਹੀਂ ਹੈ, ਬਟ ਆਈ ਥਿੰਕ ਉਹਦੇ ਤੇ ਉਹ ਕਰੰਟ ਸਟੇਟਸ ਉਹਦਾ ਪਤਾ ਕੀਤਾ ਜਾ ਸਕਦਾ। ਅੱਛਾ, ਇੱਕ ਲਾਸਟ ਵਾਲਾ ਜੀ, ਦੇਖੋ ਗੱਡੀਆਂ ਵਿਕਦੀਆਂ ਜੀ, ਪਹਿਲੇ ਤਾਂ ਸੀਗਾ ਵੀ ਸਿੱਧੇ ਬੰਦੇ ਨੇ ਆਉਣਾ RTA ਦਫ਼ਤਰ ਦੇ ਉੱਤੋਂ DTO ਆਫਿਸ ਅਪਲਾਈ ਕਰਨਾ, ਨੰਬਰ ਮਿਲ ਜਾਣਾ। ਹੁਣ ਕੁਝ ਏਜੰਸੀਆਂ ਵੱਲੋਂ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ, ਕਾਫੀ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਵੀ ਉੱਥੇ RTA ਦੇ ਦਫ਼ਤਰ ਦੇ ਨਾਮ ਤੇ ਪੈਸੇ ਮੰਗੇ ਜਾਂਦੇ, ਵੀ ਉੱਥੇ ਸਪੈਸੀਫਿਕ ਇੱਕ ਲੌਜਿਸਟਿਕ ਚਾਰजेस ਕਿਹਾ ਜਾਂਦਾ ਹੈ, ਇੱਕ ਸਪੈਸੀਫਿਕ ਚਾਰजेस ਕੁਝ ਵੀ ਫਾਈਲ ਬਣਾਉਣੀ ਹੈ, ਇੰਨੇ ਪੈਸੇ ਲੱਗਣੇ ਆ। ਉਹਨਾਂ ਨਾਲ ਗੱਲ ਕਰੀਏ ਤੇ ਉਹ ਕਹਿੰਦੇ ਵੀ ਸਾਡੇ ਕੋਲ ਤੇ ਕੋਈ ਸਿਸਟਮ ਨਹੀਂ ਹੈਗਾ ਵੀ ਅਸੀਂ ਕੀ ਕਰੀਏ, ਇਸ ਕਰਕੇ ਸਾਨੂੰ ਪੈਸੇ ਲੈਣੇ ਪੈਂਦੇ ਨੇ। ਵੀ ਤੁਸੀਂ ਇਹਦੇ ਤੇ ਕੁਝ ਐਕਸ਼ਨ ਲੈ ਰਹੇ ਹੋ ਜਾਂ ਕੋਈ ਪਲਾਨਿੰਗ ਕਰ ਰਹੇ ਹੋ ਜਾਂ ਕੋਈ ਆਰਡਰ ਪਾਸ ਕਰ ਰਹੇ ਹੋ ਵੀ ਤੁਹਾਡੇ ਨਾਮ ਦੇ ਉੱਪਰ ਕੋਈ ਇਸ ਤਰ੍ਹਾਂ ਦੇ ਪੈਸੇ ਨਾ ਇਕੱਠੇ ਕੀਤੇ ਜਾਣ? ਦੇਖੋ ਜੀ, ਇਹਦੇ ਵਿੱਚ ਬੜਾ ਕਲੀਅਰ ਹੈ, ਜਦੋਂ ਅਸੀਂ ਗੱਡੀ ਲੈਂਦੇ ਉਹਦੇ ਅਲੱਗ-ਅਲੱਗ ਕੰਪੋਨੈਂਟਸ ਜਿਹੜੇ ਹੁੰਦੇ ਆ। ਟੈਕਸੇਸ਼ਨ ਉਹਦਾ ਇੱਕ ਕੰਪੋਨੈਂਟ ਹੈ, ਜਿਹੜਾ ਅਸੀਂ ਜਿਵੇਂ ਗੱਡੀ ਹੈ ਉਹ 15 ਸਾਲ ਵਾਸਤੇ ਜਿਹੜਾ ਅਗਲਾ ਟੈਕਸ ਜਿਹੜਾ ਉਹ ਦੇ ਦਿੰਦੇ ਆ, ਜਿਵੇਂ ਇਹ ਡੋਮੈਸਟਿਕ ਲਈ ਦਾ। ਤਾਂ ਉਹਦੇ ਵਿੱਚ ਅਲੱਗ ਕੰਪੋਨੈਂਟ ਵਾਈਜ਼ ਪਬਲਿਕ ਨੂੰ ਥੋੜ੍ਹਾ ਜਿਹਾ ਅਵੇਅਰ ਹੋਣ ਦੀ ਲੋੜ ਹੈ, ਔਰ ਏਜੰਸੀਜ਼ ਨੂੰ ਵੀ ਜਿਹੜਾ ਉਹ STC ਸਾਹਿਬ ਨੇ ਵੀ ਉਦੋਂ ਡਾਇਰੈਕਸ਼ਨਸ ਦਿੱਤੀ ਕਿ ਸਾਰੀ ਏਜੰਸੀਜ਼ ਨੂੰ ਪਾਬੰਦ ਕੀਤਾ ਜਾਏ ਕਿ ਬਾਹਰ ਰੇਟ ਲਿਸਟ ਜਿਹੜੀ ਲਾਈ ਜਾਏ ਹਰੇਕ ਗੱਡੀ ਦੀ, ਤਾਂ ਕਿ ਕੰਪੋਨੈਂਟ ਵਾਈਜ਼ ਉਹਦੇ ਵਿੱਚ ਦਿੱਤਾ ਜਾ ਸਕੇ ਕਿ ਇੰਨਾ ਜੀ ਮੋਟਰ ਵਹੀਕਲ ਟੈਕਸ ਹੈ ਜਿਹੜਾ ਉਹ ਪੇ ਕਰਨਗੇ, ਇੰਨੀ ਰਜਿਸਟ੍ਰੇਸ਼ਨ ਦੀ ਫੀਸ ਹੈ ਜਿਹੜੀ ਫਲਾਨੀ ਗੱਡੀ ਦੇ ਫਲਾਨੇ ਮਾਡਲ ਸਮੇਤ ਉਹ ਪੇ ਕਰਨਗੇ, ਨਾਲ ਹੀ ਇੰਨੀ ਜਿਹੜੀ ਇੰਸ਼ੋਰੈਂਸ ਹੈ ਉਹਦੀ, ਜੇ ਕੋਈ ਉਹਦੀ HSRP ਪਲੇਟ ਦਾ ਹੈ ਜਾਂ ਹੋਰ ਵੀ ਕੋਈ ਵੀ ਖਰਚਾ ਹੈ ਉਹਦੇ ਵਿੱਚ, ਤਾਂ ਉਹਦੇ ਵਿੱਚ ਬਾਹਰ ਹੀ ਡਿਸਪਲੇ ਹੋਏ, ਤਾਂ ਕਿ ਕੱਲੀ ਚੀਜ਼ ਦਾ ਪਬਲਿਕ ਨੂੰ ਪਤਾ ਹੋਏ ਕਿ ਇਹ ਕਿਹੜੀ ਚੀਜ਼, ਕਿਹੜੇ ਪੈਸੇ, ਕਿੰਨੇ ਪੈਸੇ ਕਿਹੜੇ ਅਕਾਊਂਟ 'ਚ ਜਾਣੇ ਨੇ। ਉਹਦੇ ਨਾਲ ਜਦੋਂ ਪਬਲਿਕ ਸੁਚੇਤ ਹੋ ਜਾਏਗੀ, ਉਹਦੇ ਨਾਲ ਆਟੋਮੈਟਿਕਲੀ ਜਿਹੜੀ ਹੈ ਇਹ ਚੀਜ਼ ਜਿਹੜੀ ਹੈ ਇਹਨੂੰ ਠੱਲ ਪੈ ਸਕਦੀ ਹੈ। ਪਰ ਕਿਆ ਏਜੰਸੀਆਂ ਵੱਲੋਂ ਫੋਲੋ ਕੀਤਾ ਜਾ ਰਿਹਾ ਜੀ? ਬਾਹਰ ਰੇਟ ਲਿਸਟ ਲਗਾਈ ਜਾ ਰਹੀ ਹੈ? ਐਜ਼ ਸੱਚ ਸਾਡੇ ਕੋਲ ਕੋਈ ਪਾਰਟਿਕੂਲਰ ਬਹੁਤ ਜ਼ਿਆਦਾ ਤਾਦਾਦ 'ਚ ਇੱਦਾਂ ਕਦੀ ਕੰਪਲੇਂਟ ਨਹੀਂ ਆਈ ਕਿ ਇਹਦੇ ਵਿੱਚ ਸਾਨੂੰ ਕਿਤੇ ਵੱਧ ਪੈਸੇ ਏਜੰਸੀਜ਼ ਵੱਲੋਂ ਮੰਗੇ ਜਾ ਰਹੇ ਨੇ, ਬਟ ਫਿਰ ਵੀ ਸਮੇਂ-ਸਮੇਂ ਤੇ ਜਿਹੜਾ ਉਹ ਚੈੱਕ ਕੀਤਾ ਜਾਂਦਾ ਹੈ। ਜੇਕਰ ਕੋਈ ਵੀ ਇਦਾਂ ਦਾ ਕੇਸ ਜਿਹੜਾ ਧਿਆਨ 'ਚ ਆਉਂਦਾ ਹੈ ਤਾਂ ਉਹ ਕਦੀ ਵੀ ਜਿਹੜਾ ਸਖਤੀ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਈਵਨ ਕਿ ਏਜੰਸੀਜ਼ ਦੀ ਜਿਹੜੀ ਹੈ ਉਹਨਾਂ ਦਾ ਪੋਰਟਲ ਵੀ, ਰਜਿਸਟ੍ਰੇਸ਼ਨ ਵੀ ਜਿਹੜੀ ਹੈ ਉਹ ਵੀ ਅੰਡਰ ਸਕੈਨਰ ਕੀਤੀ ਜਾਏਗੀ ਜੇ ਇਦਾਂ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਜੀ। ਤੁਹਾਨੂੰ ਸਾਡੇ ਨਾਲ ਗੱਲ ਕਰਨੀ ਇਹ ਸਨ ਅਰਸ਼ਦੀਪ RTA ਨੇ ਜ਼ਿਲ੍ਹੇ ਦੀ। ਇਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਰੈਗੂਲੇਟ ਕਰਨ ਵਾਸਤੇ ਟ੍ਰੈਫਿਕ ਨੂੰ ਵੀ ਤੇ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਕਿਸ ਤਰ੍ਹਾਂ RTA ਦਫ਼ਤਰ ਕੰਮ ਕਰ ਰਿਹਾ। ਬਾਕੀ ਜਿਹੜੀ ਰਹੀ ਰਮਨਦੀਪ ਦੀ ਗੱਲ, ਡਰਾਈਵਰ ਸੀ RTA ਦਾ ਜਿਹੜਾ ਜਿਹਦੇ ਤੇ ਆਰੋਪ ਕੱਲ ਮੰਤਰੀ ਜੀ ਨੇ ਦੇ ਸਾਹਮਣੇ ਲਗਾਏ ਗਏ, ਉਹਦੇ ਉੱਪਰ ਵੀ ਇਹ ਪੈਸੇ ਮੰਗ ਰਿਹਾ। ਹੁਣ ਉਹਦੀ ਵਿਜੀਲੈਂਸ ਦੀ ਜਾਂਚ ਦੀ ਇਨਕੁਆਇਰੀ ਆਰਡਰ ਦਿੱਤੇ ਹੈ ਜਾਂ ਨਹੀਂ ਦਿੱਤੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਇਹਨਾਂ ਦਾ ਇਹ ਕਹਿਣਾ ਹੈ ਭ੍ਰਸ਼ਟਾਚਾਰ ਕਿਸੇ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੇ ਕਿਸੇ ਨੂੰ ਕੋਈ ਮੁਸ਼ਕਲ ਹੈ ਤੇ ਇਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵੀ ਕਰ ਸਕਦਾ ਹੈ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।